ਗੁਰਦੇਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਆਸਾ ਆਸ ਕਰੇ ਸਭ ਕੋਈ, ਹੁਕਮੈ ਬੂਝੈ ਰਾਸਾ ਹੋਈ। ਆਸਾ ਵਿੱਚ ਸੁੱਤੇ ਕਈ ਲੋਈ, ਸੋ ਜਾਗੈ ਜਗਾਵੈ ਸੋਈ। ਸਭ ਕੋਈ ਆਸਾ ਹੀ ਆਸਾ ਕਰਦਾ ਹੈ। ਦਿਨ ਰਾਤ ਮਨੁੱਖ ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਵਿੱਚ ਵਿਚਰਦਾ ਹੈ, ਪਦਾਰਥਾਂ ਨੂੰ ਚਾਹੁੰਦਾ ਹੈ। ਜੋ ਅਕਾਲ ਪੁਰਖ ਦੇ ਹੁਕਮ ਨੂੰ ਬੁੱਝਦਾ ਹੈ ਸੋ ਆਸਾ ਤੋਂ ਰਾਸ ਹੋ ਜਾਂਦਾ ਹੈ। ਆਸਾ ਰੂਪ ਨਿੰਦਰਾ ਵਿੱਚ ਕਈ ਲੋਕ ਵਾਲਾਂ ਕੋ ਵਾਲੇ ਇੰਦਰ ਵਰਨ ਕਵੇਰ ਆਦਿਕ ਸੁੱਤੇ ਪਏ ਨੇ ਕਈ ਲੋਕ। ਸੋਈ ਇਸ ਆਸਾ ਰੂਪ ਨਿੰਦਰਾ ਤੇ ਜਾਗਦਾ ਹੈ। ਜਗਤਰ ਅਵਸਥਾ ਵਿੱਚ ਉਹ ਆਉਂਦਾ ਹੈ। ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, ਜਿਸ ਨੂੰ ਕੋਈ ਸਤਿਗੁਰੂ ਜਗਾਉਂਦਾ ਹੈ, ਗੁਰੂ ਦੀ ਜਿਸ ਤੇ ਬਖਸ਼ਿਸ਼ ਹੋਵੇ ਉਹ ਜਾਗਦਾ ਹੈ, ਉਹ ਜਗਤਰ ਅਵਸਥਾ ਵਿੱਚ ਆ ਜਾਂਦਾ ਹੈ। ਸਤਿਗੁਰ ਨਾਮ ਬੁਝਾਇਆ, ਬਿਨ ਨਾਵੈ ਭੁਖ ਨਾ ਜਾਈ। ਨਾਮੇ ਤ੍ਰਿਸ਼ਨਾ ਅਗਨ ਬੁਝੈ, ਨਾਮ ਮਿਲੈ ਤਿਸੈ ਰਜਾਈ। ਸਤਿਗੁਰੂ ਨੇ ਨਾਮ ਬੁਝਾਇਆ, ਗੁਰੂ ਨੇ ਨਾਮ ਨਾਲ ਜੋੜਿਆ। ਬਿਨਾਂ ਨਾਮ ਤੇ ਕਿਸੇ ਦੀ ਭੁੱਖ ਨਹੀਂ ਜਾਂਦੀ। ਭਾਵੇਂ ਮਨੁੱਖ ਨੂੰ ਅਨੇਕਾਂ ਪੁਰੀਆਂ ਦੇ ਪਦਾਰਥ ਕਿਉਂ ਨਾ ਮਿਲ ਜਾਵਣ, ਭੁੱਖ ਦੀ ਨਿਵਰਤੀ ਨਹੀਂ। ਪਾਤਸ਼ਾਹ ਦੇ ਬਚਨ ਵੀ ਨੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਅਨੇਕਾਂ ਪੁਰੀਆਂ ਦੇ ਪਦਾਰਥ ਵੀ ਮਿਲ ਜਾਵਣ, ਪਰ ਭੁੱਖ ਫਿਰ ਵੀ ਨਿਵਰਤ ਨਹੀਂ ਹੁੰਦੀ। ਪਰ ਭੁੱਖ ਕਿਵੇਂ ਬੁਝਦੀ ਹੈ? ਜੇ ਸੱਚੇ ਨਾਮ ਨੂੰ ਜਪੇ। ਸਤਿਗੁਰ ਨਾਮ ਬੁਝਾਇਆ, ਬਿਨ ਨਾਵੈ ਭੁੱਖ ਨਾ ਜਾਈ। ਨਾਮ ਤੋਂ ਬਿਨਾਂ ਭੁੱਖ ਨਹੀਂ ਜਾਂਦੀ। ਨਾਮ ਹੀ ਰਿਸ਼ਨਾ ਅਗਨੀ ਬੁਝਦੀ ਹੈ ਨਾਮ ਦੇ ਜਰੀਏ। ਸੋ ਨਾਮ ਤਿਸ ਪਰਮੇਸ਼ਰ ਦੀ ਆਗਿਆ ਨਾਲ ਮਿਲਦਾ ਹੈ। ਜੋ ਉਸ ਦਾਤੇ ਪਰਿਪੂਰਨ ਪਰਮਾਤਮਾ ਦੀ ਬਖਸ਼ਿਸ਼ ਹੋਵੇ ਤੇ ਸੰਗ ਮਿਲਦਾ ਹੈ ਰੱਬ ਦੇ ਜਨਾਂ ਦਾ, ਫਿਰ ਨਾਮ ਦੀ ਦਾਤ ਝੋਲੀ ਵਿੱਚ ਪੈ ਜਾਂਦੀ ਹੈ। ਕਾਲ ਕੀਰਤ ਸ਼ਬਦ ਪਛਾਨ, ਏਹਾ ਭਗਤ ਚੂਕੈ ਅਭਿਮਾਨ। ਕਲਯੁਗ ਦੇ ਵਿੱਚ ਜੋ ਯੁੱਗ ਕਲਯੁਗ ਦਾ ਚੱਲਦਾ ਹੈ, ਕੀਰਤਨ ਕਰਕੇ ਬ੍ਰਹਮ ਨੂੰ ਪਹਿਚਾਣਿਆ ਜਾਂਦਾ ਹੈ। ਕਲ ਯੁੱਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਵਿੱਚ ਕੀਰਤਨ ਨੂੰ ਪ੍ਰਧਾਨਗੀ ਬਖਸ਼ੀ ਹੈ। ਗੁਰਮੁਖ ਜਪਦੇ ਨੇ, ਗੁਰਮੁਖ ਧਿਆਨ ਲਾਉਂਦੇ ਨੇ। ਕਿਉਂਕਿ ਕਲਯੁਗ ਦਾ ਯੁੱਗ ਹੈ। ਸੁਤੇ ਮਨ ਜੁੜਦਾ ਸੱਚੀ ਦੀ ਯਾਦ, ਚਿੰਤਨ ਵਿੱਚ ਜੁੜਿਆ ਪ੍ਰਭੂ ਦੀ ਕੀਰਤੀ ਗਾਇਆ। ਕਿਉਂਕਿ ਕੀਰਤਨ ਨੂੰ ਪ੍ਰਧਾਨਗੀ ਸਤਿਗੁਰਾਂ ਨੇ ਬਖਸ਼ੀ ਹੈ। ਜੈਸੋ ਗੁਰ ਉਪਦੇਸਿਆ, ਮੈਂ ਤੈਸੋ ਕਹਿਆ ਪੁਕਾਰ। ਨਾਨਕ ਕਹਿ ਸੁਨ ਰੇ ਮਨਾ, ਕਰ ਕੀਰਤਨ ਹੋਏ ਉਦਾਰ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਰਤਨ ਕਰਕੇ ਜਗਤ ਦਾ ਉਧਾਰ ਕੀਤਾ। ਇਹੀ ਵੱਡੀ ਭਗਤੀ ਹੈ। ਇਥੇ ਅਭਿਮਾਨ ਨਿਵਰਤ ਹੋ ਜਾਂਦਾ ਹੈ। ਏਹਾ ਭਗਤ ਚੂਕੈ ਅਭਿਮਾਨ। ਸਤਿਗੁਰ ਸੇਵਿਐ ਹੋਵੈ ਪਰਵਾਨ, ਜਿਨ ਆਸਾ ਕੀਤੀ ਤਿਸਨੋ ਜਾਨ। ਸਤਿਗੁਰੂ ਦੀ ਸੇਵਾ ਕਰਿਆ ਜੀਵ ਪ੍ਰਮਾਣ ਹੋ ਜਾਂਦਾ ਹੈ। ਜਿਸ ਨੇ ਆਸਾ ਉਤਪੰਨ ਕੀਤੀ ਤਿਸ ਨੂੰ ਤੂੰ ਜਾਣਨਾ ਕਰ, ਕਿਉਂਕਿ ਆਸਾ ਲਾਵਣ ਵਾਲਾ ਵੀ ਉਹੀ ਹੈ। ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ, ਕਰ ਕਿਰਪਾ ਨਾਮ ਮਨ ਵਸਾਏ। ਜੋ ਸਤਿਗੁਰੂ ਸ਼ਬਦ ਉਪਦੇਸ਼ ਸੁਣਾਉਂਦੇ ਨੇ, ਕਿਰਪਾ ਕਰਕੇ ਮਨ ਵਿੱਚ ਨਾਮ ਨੂੰ ਵਸਾ ਦਿੰਦੇ ਨੇ। ਤਿਸ ਨੂੰ ਕਿਆ ਦੀਜੀਏ।
एहो सिर दीजै आप गवाए, हुक्म बूझै सदा सुख पाए। जब आपा भाव दूर करके सतगुरु के हुक्म नूं बूझीए, तै साहिब की बात जे आखै, कहो नानक क्या दीजै। सीस वडे कर वैसण दीजै, बिन सिर सेव करीजै। उत्थे सिर का भी फिर सरफा नहीं, क्योंकि अपना आप मुर्शद गुरु नूं भेटा। तै साहिब की बात जे आखै, कहो नानक क्या दीजै। ਇਹੋ सिर दीजै आप गवाए, ये सिर देना है। भाव आपा आप गवा देना, तन मन धन गुरु नूं अर्पण कर देना कि मेरा नहीं। अष्टावक्र ने अपना मन गुरु नूं दे दिता सी, खिन पल विच ज्ञान हो गया। राजे जनक ने अष्टावक्र गुरु नूं अपना मन दिता सी, किन पल विच ज्ञान करा दिता। घोड़े ते चढ़दियां सार रकाब विच चरण पाउंदियां ही कहा अष्टावक्र गुरु ने, राजन हुण मन मेरा है, मेरा मन नहीं करता तू घोड़े ते चढ़े सवारी करें। मेरा मन कहता अपने वस्त्र उतार दे। तत्काल चरनां ते ढह पिया मन की खेड़ है। मन बेचै सतगुर कै पास, ते सेवक की कारज रस मन देना है। एहो सिर दीजै आप गवाए, आप गवाइए तां सो पाए। आप गवाइए तां सो पाए, और कैसी चतुराई। अपना आप गवाउणा भेटा करना, फिर हुक्म नूं बुझणा। इस तिस नूं दीजिए तब ये नित सुख मिलता है। हुक्म बूझै सदा सुख पाए, पातशाह फरमाउंदे ने। आप करे तै आप कराए, आपे गुरमुख नाम वसाए। आप ही करता पुरख ने जीव साजिया है, आप ही तिन्हां तो कर्म कराउंदा है, आप ही गुरु द्वारे होकर मन विच नाम वसाउंदा है। आप बुलावै आप मार्ग पाए, सच्चै शब्द सच समाए। आप ही भुलाउंदा, आप ही रस्ते मार्ग पाउंदा है। आप ही सच्चे शब्द के उपदेश करके अपने सच स्वरूप विच मिला लैंदा है। सच्चा शब्द सच्ची है बाणी, गुरमुख जुग जुग आख वखाणी। सतगुरु पातशाह फरमाउंदे ने, प्यारिओ दा महावाक रूप शब्द सच्चा है मेरे गुरु दा, जो बाणी तुरों सच खंड विचों आई, तिन काल सत है। राम नाम रू बाणी भी सच्ची है, सच्चा ब्रह्म है, सच्ची तिसदी वेद रूप बाणी। सो बाणी गुरमुखां ने जुगां जुगां विच मुख करके वखियाण कीती है। मन मुख मोहे भरम बुलाणी, बिन नावै सब फिरै वाराणी। मन मुखां दी बुद्धि मोह ते भरम विच भुल गई, बिना नाम दे सारी सृष्टि कमली फिरदी है। क्योंकि नाम तो बिना ये मनुख बावरा कमला होया फिरदा है। बिन नावै सब फिरै वाराणी। पातशाह गुरदेव अगे बेनती की, गुरु अमरदास महाराज जी अगे गरीब नवाज, माया की प्रबलता किसी लोक विच है, जो माया प्रबल है। पातशाह फरमाउंदे ने, तीन भवन मह एका माया, मूर्ख पढ़ पढ़ दूजा भौर लड़ाया। हे भाई, एका माया ਤਿੰਨ ਹੂ ਲੋਕਾਂ ਵਿੱਚ ਹੈ। ਮਾਇਆ ਇੱਕ ਹੈ, ਪਰ ਤਿੰਨਾਂ ਲੋਕਾਂ ਨੂੰ ਇਸ ਮਾਇਆ ਨੇ ਮੋਹਿਆ ਹੈ। ਮਾਇਆ ਮੋਹਿ ਦੇਵੀ ਸਭ ਦੇਵਾ, ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ। ਉਹ ਅਬਨਾਸੀ ਅਲਖ ਅਪੇਵਾ। ਇਸ ਮਾਇਆ ਨੇ ਤਿੰਨਾਂ ਲੋਕਾਂ ਨੂੰ ਮੋਹ ਲਿਆ, ਦੇਵੀ ਦੇਵਤਿਆਂ ਰਿਸ਼ੀਆਂ ਮੁਨੀਆਂ ਨੂੰ ਵੀ ਨਹੀਂ ਛੱਡਿਆ। ਐਸੀ ਮਾਇਆ ਬਲ ਵਾਲੀ ਹੈ, क्योंकि माया मेरी प्रभु दी ही छाया है। महा माया तां की है छाया।
ऐसी माया पातशाह फरमाउंदे ने कि ऐसी बल वाली ये माया है। मूर्ख ने पढ़ करके द्वैत भाव नूं दृढ़ कीता कराया, मूर्ख पढ़ पढ़ दूजा भाव दृढ़ाया। पर पातशाह फरमाउंदे ने पढ़िया मूर्ख आखिए जिस लब लोभ अहंकारा, बहु कर्म कमावै दुख सवाया, सतगुर सेव सदा सुख पाया। बहु प्रकार के कर्म करता है, संपूर्ण दुख पाउंदा है। आन देवी देवतियां की उपासना से बहुत दुख मिलता है, अपने गुरु नूं छड्ड के। सतगुरु की सेवा करिया गुरमुखां ने नित सुख पाया, सुखां विच गुरमुखां दा वासा होया, क्योंकि गुरु की सेवा टहल करते हैं। गुर सेवा ते सुख उपजै फिर दुख ना लागे आए, जमन मरना मिट गया काले का किश ना वसाए। अमृत मीठा शब्द विचार, अन दिन भोगे हो मैं मार। सतगुरु के शब्द का विचार अमृत तो भी मिठा है। जिन्हों ने खंता ममता मारी सो रात दिन आनंद नूं भोगदे ने। सहज आनंद कृपा धार, नाम रते सदा सच प्यार। जिन्हां पर उन्हां महात्मा ने किरपा धारी, वो सुभाविक ही आनंद विच रहिंदे ने। सच्चे नामी दे प्रेम विच सदा भाई रते होए ने। जो राते रंग एक कै नानक, गूढ़ा रंग नाम दा चढ़िया है। हर जप पढ़िए गुर शब्द विचार, हर जप पढ़िए हो मैं मार। परमेश्वर दे नाम नूं जप करके सत शस्त्रां करके पढ़िए, गुरु शब्द का विचार करिए। सिख हाँ सिखी सिखिया गुर विचार। हंता ते ममता नूं मार के वाहे गुरु दे नाम नूं जपीए, वाहे गुरु नूं पढ़ीए। जिस शास्त्र विच खरी दे गुण ना होवन, परमेश्वर की सिफत ना होवे, उस शास्त्र त्याग दईए ना पढ़ीए। हर जपिए पै सच प्यार, नानक नाम गुरमत उरतार। हर जपिए पै सच प्यार, नानक नाम गुरमत उरतार। भै ते प्यार धार के सच्चे वाहे गुरु नूं जपीए। पातशाह फरमाउंदे ने इस प्रकार गुरु की मत लैके नाम नूं हिरदे विच वसा लईए, तब आसा रिशना तुहाडी निवृत्त हो जावेगी। एक ओंकार सतगुर प्रसाद, राग आसा महला तीजा। अष्टपदिया घर अठवां काफी, गुर ते सांद उपजै जिन तृष्णा अगन बुझाई। गुर ते नाम पाईऐ वड्डी वड्याई। जिस शांत करके सेवकां ने तृष्णा रूप अग्नि बुझा दी, सो शांत गुरु की सेवा तो उत्पन्न होंदी है। शांति वो गुरु तो नाम पाया जाता है। वे सतगुरु गुरु अमरदास महाराज जी ने आप सेवा टहल की थी, साहिब श्री गुरु अंगद देव महाराज जी की, और बड़ियां बख्शीशां पाईयां। नाम करके वड्डी वड्याई मिलती है। वड्याई गुरमुख दे प्रभ हर पावै सोई, आप मेरा वाहिगुरु वड्याइयां बख्शदा है। एको नाम चेत मेरे भाई, जगत जलंदा देख के भज पे शरणाई। सतगुरु गुरु अमरदास महाराज जी
ਪਾਵਨ ਉਪਦੇਸ਼ ਦਿੰਦੇ ਨੇ, ਹੀ ਮੇਰੇ ਭਾਈ ਪਿਆਰਿਓ, ਗੁਰੂ ਦੁਆਰਾ ਭਾਵ ਗੁਰਮਤੀਏ ਗੁਰ ਸ਼ਬਦੀ ਹੋ ਕੇ, ਗੁਰੂ ਦੇ ਸਿਧਾਂਤ ਗੁਰੂ ਦੇ ਹੁਕਮ ਨੂੰ ਮੰਨ ਕੇ ਇੱਕ ਨਾਮ ਨੂੰ ਚੇਤ, ਇੱਕ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ, ਚਿੰਤਨ ਕਰ ਉਸ ਵਾਹਿਗੁਰੂ ਦੇ ਨਾਮ ਨੂੰ, ਜਿਸ ਵਾਹਿਗੁਰੂ ਪਰਮੇਸ਼ਰ ਨੇ ਸੁੰਦਰ ਜਗਤ ਦੀ ਰਚਨਾ ਕੀਤੀ ਹੈ। ਜਗਤ ਨੂੰ ਆਸਾ ਰਿਸ਼ਨਾ ਰੂਪ ਅਗਨ ਵਿੱਚ ਜਲਦਾ ਹੋਇਆ ਦੇਖ ਕੇ ਅਸੀਂ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਪਏ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਆਪ ਗੁਰੂ ਧਾਰਨ ਕੀਤਾ, ਸਤਿਗੁਰੂ ਆਪਣੇ ਆਪ ਨੂੰ ਇਹ ਸੰਬੋਧਨ ਕਰਦੇ ਹੋਏ ਬਚਨ ਕਹਿੰਦੇ ਨੇ, ਪਿਆਰਿਓ ਅਸੀਂ ਜਗਤ ਜਲੰਦਾ ਦੇਖਿਆ, ਜਗਤ ਜਲੰਦਾ ਦੇਖ ਕੇ ਭੱਜ ਪਏ ਸਰਣਾਈ। ਅਸੀਂ ਆਪ ਜਗਤ ਸੰਸਾਰੀਆਂ ਨੂੰ, ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਰਿਸ਼ਨਾ ਵਿੱਚ ਅਗਨੀ ਵਿੱਚ ਜਲਦਿਆਂ ਨੂੰ ਦੇਖਿਆ, ਤੇ ਦੇਖ ਕੇ ਅਸੀਂ ਗੁਰੂ ਦੀ ਸ਼ਰਨ ਲੈ ਲਈ ਕਿ ਗੁਰੂ ਦੀ ਸ਼ਰਨ ਵਿੱਚ ਹੀ ਇਹ ਬਖਸ਼ੀਸ਼ਾਂ ਨੇ, ਗੁਰੂ ਦੀ ਸ਼ਰਨ ਵਿੱਚੋਂ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ, ਲੋਕ ਤੇ ਪਰਲੋਕ ਦੇ। ਗੁਰ ਤੇ ਗਿਆਨ ਉਪਜੈ ਮਹਾ ਤਤ ਵਿਚਾਰਾ, ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਭੰਡਾਰਾ। ਗੁਰੂ ਦੇ ਮਹਾਵਾਕ ਦੀ ਉਪਦੇਸ਼ ਕਰਕੇ ਤਤ ਮਿਥਿਆ ਦੇ ਵਿਚਾਰ ਦੁਆਰਾ ਗਿਆਨ ਪ੍ਰਗਟ ਹੁੰਦਾ ਹੈ। ਕੈਸਾ ਗੁਰੂ, ਜੋ ਆਪ ਸਮਰੱਥ ਗੁਰੂ, ਜਿਸ ਗੁਰੂ ਨੇ ਕੈਸੀਆਂ ਬਖਸ਼ੀਸ਼ਾਂ ਕੀਤੀਆਂ, ਸਵਾ ਸਵਾ ਲੱਖ ਨਾਲ ਇੱਕ ਇੱਕ ਸਿੰਘ ਲੜਿਆ। ਕੈਸਾ ਗੁਰੂ, ਜੋ ਆਪ ਜਗਤ ਦਾ ਮਾਲਕ ਗਰੀਬ ਨਿਵਾਜ, ਕੈਸਾ ਸਮਰੱਥ ਹੈ। ਜਿਸ ਗੁਰੂ ਦੇ ਆਪਾਂ ਸਿੱਖ ਹਾਂ, ਉਹ ਗੁਰੂ ਕੈਸਾ ਹੈ, ਉਹ ਆਪ ਨਿਰੰਕਾਰ ਹੀ ਚੱਲ ਕੇ ਆਇਆ ਹੈ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਿਉਂਕਿ ਸਮਰੱਥ ਗੁਰੂ ਦੇ ਸਿੱਖ ਹਾਂ। ਗੁਰੂ ਕੈਸਾ ਸਮਰੱਥ ਹੈ, ਸਭਨਾ ਗੱਲਾਂ ਸਮਰੱਥ ਸੁਆਮੀ। ਉਹ ਸਭਨਾ ਗੱਲਾਂ ਕਰਨ ਜੋਗ ਮੇਰਾ ਗੁਰੂ ਹੈ। ਸੋ ਕਿਉਂ ਮਨੋ ਵਸਾਰੇ, ਫਿਰ ਮਨ ਤੋਂ ਕਿਉਂ ਭੁਲਾਉਣਾ ਹੈ। ਕਿਉਂ ਨਾ ਗੁਰੂ ਦੇ ਉਪਦੇਸ਼ ਸੰਦੇਸ਼ ਨੂੰ ਕਮਾਈਏ, ਗੁਰੂ ਵਾਲੇ ਬਣੀਏ, ਖੰਡੇ ਵਾਟੇ ਦਾ ਅੰਮ੍ਰਿਤ ਛਕੀਏ। ਜੋ ਸਤਿਗੁਰੂ ਪਾਤਸ਼ਾਹ ਗੁਰਦੇਵ ਪਾਵਨ ਉਪਦੇਸ਼ ਦਿੰਦੇ ਨੇ, ਗੁਰ ਤੇ ਗਿਆਨ ਉਪਜੈ ਮਹਾ ਤਤ ਵਿਚਾਰਾ, ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਭੰਡਾਰਾ। ਗੁਰੂ ਤੋਂ ਹੀ ਗਿਆਨ ਪ੍ਰਗਟ ਹੁੰਦਾ ਹੈ। ਤਤ ਮਿਥਿਆ ਦੇ ਵਿਚਾਰ ਦੁਆਰਾ ਗਿਆਨ ਪ੍ਰਗਟ ਹੋ ਜਾਂਦਾ, ਗੁਰੂ ਦੇ ਮਹਾਂਵਾਕਾਂ ਦੁਆਰਾ। ਜਿਸ ਪੁਰਸ਼ ਦਾ ਅੰਤਹਿਕਰਨ ਰੂਪ ਭੰਡਾਰਾ ਭਗਤੀ ਕਰਕੇ ਪੂਰਨ ਹੈ ਭਰਿਆ ਹੈ। ਸਰੂਪ ਦਾ ਦਰਵਾਜ਼ਾ ਗੁਰੂ ਤੋਂ ਤਿਸਨੇ ਹੀ ਪਾਇਆ। ਕਿਉਂਕਿ ਮੰਗ ਵੱਡੀ ਹੋਵੇ ਭਗਤੀ ਥੋੜ੍ਹੀ, ਮੰਗਨ ਬਹੁਤਾ ਸੇਵਾ ਥੋੜ੍ਹੀ, ਸੇਵਾ ਥੋੜ੍ਹੀ ਮੰਗਨ ਬਹੁਤਾ। ਜਿੱਡੀ ਮੰਗ ਓਡੀ ਸੇਵਾ ਤੇ ਟਹਿਲ ਵੀ ਹੋਵੇ। ਕਿਉਂਕਿ ਗੁਰੂ ਸਮਰੱਥ ਕੈਸਾ ਹੈ, ਉਸਦੀ ਤਾਂ ਖੱਟ ਖੁੱਲ੍ਹੀ ਹੈ, ਬਸ ਸੌਦਾ ਨਸੀਬਾਂ ਵਾਲੇ ਲੈਂਦੇ ਨੇ। ਗੁਰਮੁਖ ਨਾਮ ਧਿਆਈਐ ਬੂਝੈ ਵਿਚਾਰਾ, ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦ ਅਪਾਰਾ। ਗੁਰਮੁਖ ਜੋ ਨੇ ਗੁਰੂ ਨੂੰ ਮੁੱਖ ਰੱਖਣ ਵਾਲੇ, ਸਮਝ ਵਿਚਾਰ ਕੇ ਨਾਮ ਤੇ ਆਉਂਦੇ ਨੇ। ਗੁਰਮੁਖ ਭਗਤੀ ਕਰਕੇ ਵਾਹਿਗੁਰੂ ਦੀ ਉਸਤਤੀ ਕਰਦੇ ਨੇ। ਤੇ ਇਹਨਾਂ ਦੀ ਅੰਤਸ਼ਕਰਨ ਵਿੱਚ ਅਪਾਰ ਬ੍ਰਹਮ ਦਿਖਾਈ ਦਿੰਦਾ ਹੈ। ਪ੍ਰਗਟ ਸਾਗਜਤ ਕਾਦ ਹੈ। ਗੁਰਮੁਖ ਸੁਖ ਉਪਜੈ ਦੁਖ ਕਦੇ ਨਾ ਹੋਈ, ਗੁਰਮੁਖ ਹੋਵੈ ਮਾਰੀਐ ਮਨ ਨਿਰਮਲ ਹੋਈ। ਗੁਰਮੁਖਾਂ ਨੂੰ ਸੁਖ ਪ੍ਰਗਟ ਹੁੰਦਾ ਹੈ, ਇਸ ਵਿੱਚ ਦੁੱਖ ਕਦੇ ਨਹੀਂ ਹੁੰਦਾ। ਉਹ ਦੁੱਖ ਵਿੱਚ ਵੀ ਸੁੱਖ ਮੰਨਦੇ ਨੇ, ਉਸਦੇ ਭਾਣੇ ਵਿੱਚ ਪ੍ਰਸੰਨ ਚਿੱਤ ਰਹਿੰਦੇ ਨੇ। ਸੋ ਕਰੇ ਜੇ ਤੇ ਸਿਰ ਜਾਏ। ਗੁਰਮੁਖ ਦੁਆਰਾ ਹੰਤਾ ਤੇ ਮਮਤਾ ਨੂੰ ਮਾਰ ਦਈਏ ਤਾਂ ਮਨ ਦੀ ਬਿਰਤੀ ਸ਼ੁੱਧ ਹੋ ਜਾਂਦੀ ਹੈ।
सतगुर मिलिया आप गया त्रै भवन सूझी पाई। निर्मल जोत पसर रही ज्योति जोत मिलाई। सतगुरु दे मिलिया आपां भाव दूध हो गया है। तिन्हां लोकां दी सूझ आ गई क्योंकि समर्थ गुरु नूं मिलिया बख्शीशां मिलदियां ने। ज्योति की जो शुद्ध जोत फैल रही है क्योंकि जोत परमेश्वर की सबना विच है। सब मह जोत जोत है सोए। तिसदा चानण सब मह चानण होए। गुर साखी जोत प्रगट होए। बच्चे अपनी जोत मिलाई है। ज्योति जोत रली संपूर्ण थी आराम एक हो गए। पूरे गुर समझाया मत ऊतम होई। अंतर शीतल शांत होए नामे सुख होई। पूरे समर्थ गुरु ने जो उपदेश समझाया करके मेरी बुद्धि उत्तम हो गई। इस करके अंतशकरण विच शांति रूप शीतलता प्राप्त हुई। इसी नाम के उपदेश द्वारा सुख की प्राप्ति हुई। पूरा सतगुर तां मिलै जा नदर करे। किल विख पाप सब कटिया फिर दुख बिघन ना होई। पूरा सतगुरु भाई तब मिलता है जब वाहे गुरु मेहर की नदर करता है। पूर्व जन्म के पाप इस जन्म के पाप भारी समान पाप सब कटे जाते हैं। फिर किसी तरह का दुख तो विघन नहीं होंदा। विघन विनाशन सब दुख नासन। सतगुर नाम दृढ़ाया खोए पाप भई सब पावन। जन नानक सुख घर आया। भी घर विच सुख आ जाता है। अपने हथ वड्याइयां दे नाम लाए। नानक नाम निधान मन वसिया वड्याई पाए। अकाल पुरख ने वड्याइयां अपने हथ विच रखियां हुई ने। सो जिसनों नाम विच लाउंदा है मेरा वाहिगुरु तिसनूं दिंदा है वड्याइयां। नाम खजाना गुरमुखां दे मन विच वसिया है। इस ते वो वड्याई पाउंदे ने जिवें धन धन बाबा नंद सिंह महाराज जिन्हां ने सतसंगी जनों एक नाम नूं जपिया। जो कलगीधर महाराज साहिबे कमाल गुरु गोबिंद सिंह पातशाह जी का हुक्म उपदेश सत करके मनिया कि मेरे गुरु का उपदेश है। गुरु ग्रंथ साहिब महाराज हाजरा हजूर जागत जोत ने प्रतख करके पूजिया। गुरु ग्रंथ साहिब महाराज विचों गुरु नानक नूं प्रगट किया भोग लवाया। जो अज भी सतगुरां नूं प्रगट भोग लगता है। पातशाह दे पावन बचन ने आज्ञा भई अकाल की तभी चलायो पंथ। सब सिखन को हुक्म है गुरु मानियो ग्रंथ। गुरु ग्रंथ जी मानियो प्रगट गुरां की देह। जो प्रभ को मिल वो चाहे खोज शब्द मैं दे। जो भी कोई मिलना चाहता है शब्द की अमाई करे। उस परमेश्वर के नाम नूं जपे। सतगुरु हाजरा हजूर ने पर जिन्हां दी भावना जिन्हां दी शरधा गोबिंद भाओ भगत दा भुखा वो तो प्रेमा भगती दा भुखा है। वो तो हाजरा हजूर है। सतगुरां दे पावन बचन ने जागत जोत जपै निस्वासर एक बिना मन नैक नान। कि एक तो बिना दूजे नूं नहीं। नाम निधान मन वसिया वड्याई पाए। आसा महला तीजो सुन मन मन वसाए तू आपे। आए मिले मेरे पाई। अन दिन सच्ची भगत कर सच्चै चित लाई। गुरु अमरदास महाराज श्री गोविंदवाल साहिब सिंहासन ते बैठे सन। एक जग्यासू आया गल पल्लू पाया गरीब नवाज बेनती है।
ਸੁਖ ਕਿਵੇਂ ਮਿਲੇ, ਉਹ ਵਡਿਆਈ ਕਿਵੇਂ ਪ੍ਰਾਪਤ ਹੋਵੇ। ਸੁਖ ਵੀ ਚਾਹੀਦੇ ਨੇ, ਵਡਿਆਈਆਂ ਵੀ ਚਾਹੀਦੀਆਂ ਨੇ। ਪਾਤਸ਼ਾਹ ਅੱਗੇ ਇਹ ਬੇਨਤੀ ਅਰਜ ਗੁਜ਼ਾਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ। ਸਤਿਗੁਰੂ ਪਾਤਸ਼ਾਹ ਨੇ ਪਾਵਨ ਉਪਦੇਸ਼ ਬਖਸ਼ਿਆ। ਪਾਤਸ਼ਾਹ ਕਹਿਣ ਲੱਗੇ, ਸੁਣ ਮਨ ਮਨ ਵਸਾਏ ਤੂੰ ਆਪੇ ਆਏ, ਮਿਲੈ ਮੇਰੇ ਭਾਈ। ਹੇ ਮੇਰੇ ਭਾਈ, ਸਰਵਣ ਕਰ ਸੁਣ ਕੇ, ਮੰਨਨ ਕਰ, ਨਿਧਿਆਸਨ ਕਰ, ਭਾਵ ਵਿਚਾਰ ਸਹਿਤ ਉਸ ਬਚਨ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕਿ ਇਸ ਉਪਦੇਸ਼ 'ਤੇ ਚੱਲਣਾ ਹੈ। ਇਹ ਅਮੋਲਕ ਜਨਮ ਮਿਲਿਆ, ਮੈਂ ਗੁਰੂ ਵਾਲਾ ਬਣਾ, ਕਿਉਂਕਿ ਨਿਗੁਰੇ ਦੀ ਗਤੀ ਨਹੀਂ ਹੁੰਦੀ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਜੋ ਕਿਸੇ ਗੁਰੂ ਪੀਰ ਦਾ ਬਣਿਆ ਹੀ ਨਹੀਂ, ਉਸਦਾ ਨਾਂ ਲੈਣਾ ਵੀ ਮਾੜਾ। ਨਿਗੁਰਾ ਹੈ। ਗੁਰੂ ਦਾ ਬਚਨ ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਇਸ ਪ੍ਰਕਾਰ ਤੂੰ ਸੱਚੀ ਵਿੱਚ ਚਿੱਤ ਲਾ, ਇਕਾਗਰਤਾ ਵਿੱਚ ਆ, ਸੰਕਲਪਾਂ ਵਿਕਲਪਾਂ ਨੂੰ ਤਿਆਗ ਦੇ, ਨਿਰਵਿਕਲਪ ਸਮਾਧੀ ਕਿ ਕੋਈ ਫੁਰਨਾ ਫੁਰੇ ਹੀ ਨਾ। ਤਬ ਆਪ ਹੀ ਵਾਹਿਗੁਰੂ ਤੈਨੂੰ ਆ ਮਿਲੇਗਾ, ਸਾਹਿਤਕਾਰ ਹੋਵੇਗਾ। ਪਾਤਸ਼ਾਹ ਫਰਮਾਉਂਦੇ ਨੇ, ਅੰਨ ਦਿਨ ਸੱਚੀ ਭਗਤ ਕਰ, ਦਿਨ ਰਾਤ ਉਸ ਦਾਤੇ ਪਰਿਪੂਰਨ ਪਰਮਾਤਮਾ ਦੀ ਯਾਦ ਵਿੱਚ ਜੁੜ, ਸੱਚੇ ਚਿੱਤ ਲਾਏ। ਏਕੋ ਨਾਮ ਧਿਆਏ ਤੂੰ ਸੁਖ ਪਾਵੇਂ ਮੇਰੇ ਭਾਈ, ਹੋ ਮੈਂ ਦੂਜਾ ਦੂਰ ਕਰ, ਵੱਡੀ ਵਡਿਆਈ। ਹੀ ਮੇਰੇ ਭਾਈ ਪਿਆਰਿਓ, ਖੰਤਾ ਉਹ ਦਵੈਤ ਨੂੰ ਦੂਰ ਕਰਕੇ ਇੱਕ ਨਾਮ ਨੂੰ ਧਿਆਵੋ, ਜਪੋ ਮੇਰੇ ਵਾਹਿਗੁਰੂ, ਸੁਖ ਮਿਲੇਗਾ। ਵੱਡੀ ਵਡਿਆਈ ਤੁਹਾਡੀ ਸੁਤੇ ਹੋ ਜਾਣੀ। ਜਿਸ ਨੀਚ ਕੋ ਕੋਈ ਨਾ ਜਾਣਾ ਹੈ, ਨਾਮ ਜਪ ਤੂੰ ਚੌਂ ਕੁੰਟ ਮਾਨਾ ਹੈ। ਜਿਸ ਨੀਚ ਨੂੰ ਕੋਈ ਜਾਣਦਾ ਵੀ ਨਹੀਂ, ਪਰਮੇਸ਼ਰ ਦਾ ਨਾਮ ਜਪੇ, ਵਰਾਦੇ ਵਾਹਿਗੁਰੂ ਨੂੰ ਚੌਕੁੰਟਾਂ ਵਿੱਚ ਪੂਜਿਆ ਜਾਵੇਗਾ। ਭਗਤ ਭਗਤ ਹਰ ਵਜਿਆ, ਕੈਸਾ ਭਗਤ, ਭਗਤ ਭਗਤ ਜਗ ਵਜਿਆ। ਚੌ ਚੱਕਾਂ ਦੇ ਵਿੱਚ ਚਮਰੇਟਾ ਵੱਜ ਗਿਆ, ਭਗਤ ਰਵਿਦਾਸ ਮਹਾਰਾਜ ਜੀ। ਇੱਕ ਨਾਮ ਨੂੰ ਜਪਿਆ, ਅਰਾਧਿਆ ਵਾਹਿਗੁਰੂ ਨੂੰ, ਰਾਜੇ ਮਹਾਰਾਜੇ ਚਰਨਾਂ ਦੇ ਭੌਰੇ ਬਣ ਗਏ। ਇਨ੍ਹਾਂ ਲੋਕਾਂ ਵਿੱਚ ਵਡਿਆਈ ਹੋਈ, ਕਿਉਂਕਿ ਨਾਮ ਦੀ ਸੋਭਾ ਵਡਿਆਈ ਹੈ। ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਵਿਲਮ ਨਾ ਹੋਏ। ਮਾਇਆ ਦੀ ਸੋਭਾ ਤਾਂ 4 ਦਿਨਾਂ ਦੀ ਹੈ, ਸੋਭਾ ਸੱਚੇ ਨਾਮ ਦੀ ਹੈ। ਕੌਮੈ ਦੂਜਾ ਦੂਰ ਕਰ ਵੱਡੀ ਵਡਿਆਈ। ਇਸ ਭਗਤੀ ਨੋ ਸੁਰ ਨਰ ਮਨ ਜਨ ਲੋਜ ਦੇ, ਬਿਨ ਸਤਿਗੁਰ ਪਾਈ ਨਾ ਜਾਏ। ਪੰਡਤ ਪੜ੍ਹਦੇ ਜੋਤ ਕੀ, ਤਿਨ ਬੂਝ ਨਾ ਪਾਏ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ, ਪਿਆਰਿਓ, ਪਰਿਪੂਰਨ ਪਰਮਾਤਮਾ ਦੀ ਭਗਤੀ ਜੋ ਨਾਮ ਹੈ, ਇਸ ਭਗਤੀ ਨੂੰ, ਨਾਮ ਨੂੰ ਸੁਰ ਨਰ ਮਨ ਜਨ ਚਾਹੁੰਦੇ ਨੇ ਸਾਨੂੰ ਮਿਲੇ, ਅਸੀਂ ਜਪੀਏ। ਇਸ ਭਗਤੀ ਨੂੰ ਸੁਰ ਨਰ ਮਨ ਜਨ ਲੋਚਦੇ, ਬਿਨ ਸਤਿਗੁਰ ਪਾਈ ਨਾ ਜਾਏ। ਬਿਨਾਂ ਗੁਰੂ ਤੋਂ ਇਹ ਭਗਤੀ ਨਹੀਂ ਮਿਲਦੀ, ਬਿਨਾਂ ਸਤਿਗੁਰੂ ਤੋਂ ਪ੍ਰਾਪਤ ਨਹੀਂ ਹੁੰਦੀ। ਪੰਡਤ ਸ਼ਾਸਤਰ ਪੜ੍ਹਦੇ ਨੇ, ਜੋਤ ਕੀ ਜੋਤ ਸ਼ਾਸਤਰ ਵਿਚਾਰਦੇ ਨੇ, ਜੋਤ ਵਿਦਿਆ ਲਾਉਂਦੇ ਨੇ। ਤੂੰ ਭਗਤੀ ਤੋਂ ਬਿਨਾਂ ਪਰਮੇਸ਼ਰ ਦੀ ਗਿਆਤ ਇਹਨਾਂ ਨੂੰ ਵੀ ਨਹੀਂ ਪੈਂਦੀ। ਬਿਨਾਂ ਭਗਤੀ ਤੋਂ ਆਪ ਐਥੈ ਸਭ ਰੱਖਿਓਨ, ਕਿਛ ਕਹਿਣ ਨਾ ਜਾਈ। ਆਪੇ ਦੇ ਸੋ ਪਾਈਐ, ਗੁਰ ਬੂਝ ਬੁਝਾਈ। ਇਹ ਅਕਥ ਕਥਾ ਕੁਛ ਕਹੀ ਨਹੀਂ ਜਾਂਦੀ, ਅਕਥ ਦੀ ਕਥਾ ਹੈ। ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਸਭ ਆਪਣੇ ਹੀ ਹੱਥ ਵਿੱਚ ਅਕਾਲ ਪੁਰਖ ਨੇ ਰੱਖਿਆ ਹੈ।
ਇਹ ਅਕਥ ਕਥਾ ਕੁਛ ਕਹੀ ਨਹੀਂ ਜਾਂਦੀ। ਆਪ ਹੀ ਜਿਸ ਨੂੰ ਮੇਰਾ ਵਾਹਿਗੁਰੂ ਬਖਸ਼ਦਾ ਹੈ ਸੋ ਪਾਉਂਦਾ ਇਹ ਬੂਝ ਸਤਿਗੁਰੂ ਨੇ ਬੁਝਾਈ ਸੋਚੀ ਦਿੱਤੀ। ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ। ਜੀ ਵਸਤੂਲ ਜੰਤ ਸੂਖਮ ਸਭ ਤਿਸੀ ਦੇ ਨੇ, ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ। ਕਿਉਂਕਿ ਸਾਰਿਆਂ ਨੂੰ ਸਾਜਣ ਵਾਲਾ ਮੇਰਾ ਵਾਹਿਗੁਰੂ ਆਪ ਹੈ। ਸਭ ਸੋਈ ਸਭਨਾ ਦਾ ਮਾਲਕ ਹੈ। ਬੁਰਾ ਕਿਸ ਨੂੰ ਕਹੀ, ਮੰਦਾ ਕਿਸ ਨੂੰ ਆਖੀ ਹੈ ਜੇ ਦੂਜਾ ਹੋਈ। ਜੋ ਕੋਈ ਦੂਸਰਾ ਹੋਵੇ ਤਾਂ ਕਿਸੇ ਨੂੰ ਮੰਦਾ ਵੀ ਕਹੀਏ, ਨਾ ਕੋਈ ਮੰਦਾ ਹੈ ਨਾ ਚੰਗਾ ਹੈ। ਏਕੋ ਹੁਕਮ ਵਰਤਦਾ ਏਕਾ ਸਿਰਕਾਰਾ, ਆਪ ਭਵਾਲੀ ਦਿੱਤੀਨ ਅੰਤਰ ਲੋਭ ਵਿਕਾਰਾ। ਇੱਕ ਹੀ ਦਾ ਹੁਕਮ ਸਭ ਪਰ ਵਰਤਦਾ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰੀ ਕਾਇਨਾਤ ਸਾਰਾ ਜਗਤ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਉਸ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਪਾਤਸ਼ਾਹ ਫਰਮਾਉਂਦੇ ਨੇ ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਸਭਨਾ ਤੇ ਮੇਰੇ ਵਾਹਿਗੁਰੂ ਦਾ ਹੁਕਮ ਵਰਤਦਾ ਹੈ। ਇੱਕ ਹੀ ਦੀ ਕਾਲ ਸਭਨਾ ਦੇ ਸਿਰ ਤੇ ਹੈ। ਅੰਤਿਸ਼ਕਰਨ ਵਿੱਚ ਲੋਭ ਆਦਿਕ ਵਿਕਾਰਾਂ ਨੂੰ ਪਾ ਕੇ ਜੀਵਾਂ ਨੂੰ ਆਪ ਹਵਾਲੀ 84 ਚੱਕਰ ਦਿੱਤਾ ਹੋਇਆ ਹੈ ਪ੍ਰਭੂ ਨੇ। ਇੱਕ ਆਪੇ ਗੁਰਮੁਖ ਕੀਤਿਆਂ ਬੂਝਨ ਵਿਚਾਰਾ, ਭਗਤ ਪੀਓ ਨਾਨੋ ਬਖਸ਼ਿਆਨ ਅੰਤਰ ਭੰਡਾਰਾ। ਇਕਨਾਂ ਨੂੰ ਆਪ ਹੀ ਗੁਰੂ ਦੇ ਸਨਮੁਖ ਕਰ ਦਿੱਤਾ ਮੇਰੇ ਵਾਹਿਗੁਰੂ ਨੇ। ਵਿਚਾਰ ਕਰਕੇ ਤੇ ਵਾਹਿਗੁਰੂ ਨੂੰ ਉਹ ਬੁੱਝਦੇ ਨਹੀਂ, ਭਗਤੀ ਵੀ ਉਹਨਾਂ ਨੂੰ ਬਖਸ਼ੀ। ਹਿਰਦਾ ਉਹਨਾਂ ਦਾ ਸ਼ੁਭ ਗੁਣਾਂ ਦਾ ਖਜ਼ਾਨਾ ਹੋ ਗਿਆ। ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੂਝੀ ਹੋਈ, ਓਏ ਭੁਲਾਏ ਕਿਸੈ ਦੇ ਨਾ ਭੁੱਲਣੀ ਸੱਚ ਜਾਣਨ ਸੋਈ। ਗਿਆਨੀ ਪੁਰਖਾਂ ਨੂੰ ਸਭ ਸਥਾਨ ਵਿੱਚ ਸੱਚ ਪ੍ਰਤੀਤ ਹੁੰਦਾ ਹੈ, ਕਿਉਂਕਿ ਤਿਨਾਂ ਨੂੰ ਸੱਚ ਦੀ ਬੂਝ ਹੋ ਗਈ। ਉਹ ਫਿਰ ਕਿਸੀ ਦੇ ਭੁਲਾਏ ਨਹੀਂ ਭੁੱਲਦੇ, ਸੋਈ ਸੱਚ ਸਰੂਪ ਨੂੰ ਜਾਣਦੇ ਨੇ। ਘਰ ਮਹਿ ਪੰਜ ਵਰਤ ਦੇ ਪੰਚੇ ਵਿਚਾਰੀ, ਨਾਨਕ ਬਿਨ ਸਤਿਗੁਰ ਵਸ ਨਾਵਨੀ, ਨਾਮ ਹੋ ਮੈਂ ਮਾਰੀ। ਗਿਆਨੀਆਂ ਦੇ ਹਿਰਦੇ ਪੰਜ ਪ੍ਰਕਾਰ ਵਰਤਦੇ ਨੇ। ਜੋ ਗਿਆਨੀਆਂ ਦੇ ਹਿਰਦੇ ਨੇ ਪੰਜ ਪ੍ਰਕਾਰ ਵਰਤਦੇ ਨੇ, ਪਰੰਤੂ ਪੰਚੋ ਵਿਚਾਰਵਾਨ ਹੋ ਕੇ ਵਰਤਦੇ ਨੇ। ਅਰਥਾਤ ਮਰਿਆਦਾ ਪੂਰਵਕ ਵਰਤਦੇ ਨੇ ਗਿਆਨੀਆਂ ਦੇ ਹਿਰਦੇ। ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਬਸ ਨਹੀਂ ਆਉਂਦੇ, ਪਰੰਤੂ ਜਿਨ੍ਹਾਂ ਨੇ ਨਾਮ ਜਪਿਆ, ਬੰਦਗੀ ਕੀਤੀ, ਹੰਤਾ ਮਮਤਾ ਮਾਰੀ, ਤਿਨਾਂ ਦੇ ਵਸ ਆ ਗਏ। ਆਸਾ ਮਹਲਾ ਤੀਜਾ, ਘਰੈ ਅੰਦਰ ਸਭ ਵਤ ਹੈ ਬਾਹਰ ਕਿਛ ਨਾਹੀ, ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪਾਵਨੀ ਉਪਦੇਸ਼ ਦਿੰਦੇ ਨੇ, ਪਿਆਰਿਓ ਘਰ ਦੇ ਅੰਦਰ ਹੀ ਸਭ ਕੁਝ ਵਸਤੂ ਹੈ, ਕਿਤੇ ਦੂਰ ਨਹੀਂ, ਬਾਹਰ ਕੁਝ ਵੀ ਨਹੀਂ। ਗੁਰੂ ਦੀ ਕਿਰਪਾ ਦੇ ਜਬ ਕਪਟ ਰੂਪੀ ਤਾਕ ਨੂੰ ਖੋਲੀਏ ਤਾਂ ਸਰਵ ਵਸਤੂ ਨੂੰ ਅੰਦਰ ਹੀ ਪਾ ਲਈਦਾ ਹੈ। ਪਰਮੇਸ਼ਰ ਉਹ ਸਭ ਦੇਵੀ ਗੁਣ ਪ੍ਰਾਪਤ ਹੋ ਜਾਂਦੇ ਨੇ। ਸਤਿਗੁਰ ਤੇ ਹਰ ਪਾਈਐ ਪਾਈ, ਅੰਤਰ ਨਾਮ ਨਿਧਾਨ ਹੈ, ਪੂਰੇ ਸਤਿਗੁਰ ਦੀਆ ਦਿਖਾਈ। ਹੀ ਭਾਈ ਸਤਿਗੁਰੂ ਤੋਂ ਹਰੀ ਪ੍ਰਾਪਤ ਹੁੰਦਾ ਹੈ। ਜੇ ਕਹੇ ਕਿੱਥੇ ਮਿਲਦਾ ਹੈ, ਅੰਤਿਸ਼ਕਰਨ ਵਿੱਚ ਹੀ ਨਾਮ ਖਜ਼ਾਨਾ ਹੈ, ਪੂਰੇ ਸਤਿਗੁਰੂ ਦਾ ਦਿੱਤਾ ਹੋਇਆ ਦਿਖਾਈ ਦਿੰਦਾ ਹੈ।
ਖਾਦ ਕਾ ਗਾਹਕ ਹੋਵੈ ਸੋ ਲਏ ਪਾਏ ਰਤਨ ਵਿਚਾਰਾ। ਅੰਦਰ ਖੋਲੈ ਦਿਵ ਦ੍ਰਿਸ਼ਟ ਦੇਖੈ ਮੁਕਤ ਭੰਡਾਰਾ। ਜੋ ਵਾਹੇ ਗੁਰੂ ਦੇ ਨਾਮ ਦਾ ਗਾਹਕ ਅਧਿਕਾਰੀ ਹੈ, ਸੋ ਗੁਰੂ ਦੇ ਚਰਨਾਂ ਦਾ ਆਸਰਾ ਲੈ ਲੈਂਦਾ ਹੈ। ਤਬ ਰਤਨ ਗਿਆਨ ਦਾ ਵਿਚਾਰ ਪਾਉਂਦਾ ਹੈ। ਜਬ ਕਿਰਪਾਲੂ ਹੋ ਕੇ ਸਤਿਗੁਰੂ ਗੁਰਦੇਵ ਪਾਤਸ਼ਾਹ ਇਸ ਦੇ ਅੰਦਰ ਚ ਦਿਵ ਦ੍ਰਿਸ਼ਟੀ ਖੋਲ ਦਿੰਦੇ ਨੇ ਸਮਰੱਥ ਗੁਰੂ, ਤਾਂ ਮੁਕਤੀ ਦਾ ਭੰਡਾਰਾ ਬ੍ਰਹਮ ਦੇਖਦਾ ਹੈ। ਅੰਦਰ ਮਹਿਲ ਅਨੇਕ ਹੈ ਜਿਉ ਕਰੇ ਵਸੇਰਾ। ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ। ਅਨੇਕ ਸਰੀਰਾਂ ਦੇ ਅੰਦਰ ਜੋ ਇੱਕ ਬ੍ਰਹਮ ਪੂਰਨ ਹੈ, ਜੇਕਰ ਜੀਵ ਵਿੱਚ ਵਾਸਾ ਘਰੇ ਅਸਥਿਤ ਹੋਵੇ, ਪਾਤਸ਼ਾਹ ਫਰਮਾਉਂਦੇ ਨੇ, ਤਾਂ ਮਨ ਵਾਂਝਤ ਫਲ ਪਾ ਲੈਂਦਾ ਹੈ। ਫਿਰ 84 ਵਿੱਚ ਫੇਰਾ ਨਹੀਂ ਹੁੰਦਾ। ਪਾਲਕੀਆਂ ਵਤ ਸੰਭਾਲ ਲਈ ਗੁਰ ਸੋਝੀ ਹੋਈ। ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੈ ਕੋਈ। ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੋਝੀ ਹੋਈ ਤਿੰਨ ਪਾਰਖੋਂ ਨੇ, ਭਾਵ ਸਤ ਦੇ ਵਿਵੇਕੀਆਂ ਨੇ ਬ੍ਰਹਮ ਰੂਪ ਵਸਤੂ ਸਮਝ ਕਰਕੇ ਸੰਭਾਲ ਲਈ, ਪਾ ਲਈ। ਸੋ ਨਾਮੀ ਜੋ ਅਮੋਲਕ ਪਦਾਰਥ ਹੈ ਤੇ ਇਸ ਨੂੰ ਗੁਰੂ ਦੁਆਰੇ ਕੋਈ ਪਾਉਂਦਾ ਹੈ। ਬਾਹਰ ਪਾਲੇ ਸੋ ਕਿਆਲ ਹੈ, ਵਤ ਘਰੈ ਅੰਦਰ ਪਾਈ। ਭਰਮੇ ਭੂਲਾ ਸਭ ਜਗ ਫਿਰੈ, ਮਨ ਮੁਖ ਪਤ ਗਵਾਈ। ਇਹ ਭਾਈ ਜੋ ਬਾਹਰ ਖੋਜੇਗਾ ਸੋ ਕਿਆ ਪਾਵੇਗਾ? ਕੁਛ ਨਹੀਂ ਮਿਲੇਗਾ। ਆਤਮਾ ਵਸਤੂ ਤੋਂ ਘਰ ਦੇ ਅੰਦਰ ਹੈ। ਕਾਹੀ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਤੋ ਹੀ ਸੰਗ ਸਮਾਈ। ਉਹ ਤਾਂ ਤੇਰੇ ਸੰਗ ਹੈ, ਕਿਤੇ ਦੂਰ ਨਹੀਂ। ਗੁਰਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਇਹੋ ਜਗ ਸੱਚੇ ਕੀ ਹੈ ਕੋਠੜੀ। ਸੱਚੇ ਕਾ ਵਿੱਚ ਵਾਸ ਵਿੱਚ ਬੈਠਾ ਹੈ। ਸਭ ਸੰਸਾਰ ਭਰਮ ਦੇ ਵਿੱਚ ਭੁੱਲਿਆ ਹੋਇਆ ਫਿਰਦਾ ਹੈ। ਮਨ ਮੁਕਤਾ ਕਰਕੇ ਆਪਣੀ ਪਤ ਖੋਈ ਹੈ। ਘਰ ਦਾਰ ਛੋੜੇ ਆਪਣਾ, ਪਰ ਘਰ ਝੂਠਾ ਜਾਈ। ਚੋਰੈ ਵਾਂਗੂ ਪਕੜੀਐ, ਬਿਨ ਨਾਵੈ ਝੋਟਾ ਖਾਈ। ਆਪਣਾ ਸੂਬ ਘਰ ਅੰਦਰ ਹੀ ਛੱਡ ਕੇ ਸਰੀਰ ਅੰਤਰ ਬ੍ਰਹਮ ਨੂੰ ਨਾ ਜਾਣ ਕੇ ਝੂਠਾ ਪਰਾਏ ਘਰਾਂ ਵਿੱਚ ਜਾਂਦਾ। ਕੈਸੇ ਪਰਾਏ ਘਰਾਂ ਵਿੱਚ ਆਮ ਦੇਵੀ ਦੇਵਤਿਆਂ ਮੜੀਆਂ ਮਸਾਣਾਂ ਨੂੰ ਪੂਜਦਾ ਹੈ। ਸੋ ਬਿਨਾਂ ਨਾਮ ਤੇ ਚੋਰ ਦੀ ਤਰ੍ਹਾਂ ਪਕੜਿਆ ਜਾਵੇਗਾ, ਜਮਾਂ ਦੀਆਂ ਚੋਟਾਂ ਖਾਵੇਗਾ। ਜਿਨੇ ਘਰ ਜਾਤਾ ਆਪਣਾ ਸੇ ਸੁਖੀਏ ਪਾਈ। ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ। ਹੇ ਭਾਈ, ਜਿਨ੍ਹਾਂ ਨੇ ਆਪਣਾ ਸੂਬ ਘਰ ਪਹਿਚਾਣਿਆ ਉਹ ਸੁਖੀਏ ਹੋ ਗਏ। ਕਿਸ ਤਰ੍ਹਾਂ ਉਹਨਾਂ ਨੇ ਪਹਿਚਾਣਿਆ? ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ, ਗੁਰੂ ਦੀ ਵਡਿਆਈ ਕਰਕੇ, ਗੁਰੂ ਦੀ ਸੋਭਾ ਕੀਤੀ, ਗੁਣ ਗਾਏ ਗੁਰੂ ਨਾਨਕ ਦੇ। ਅੰਤ ਛਕਣ ਵਿੱਚ ਹੀ ਬ੍ਰਹਮ ਨੂੰ ਪਹਿਚਾਣ ਲਿਆ। ਆਪੇ ਦਾਨ ਕਰੇ ਕਿਸ ਆਖੀਐ, ਆਪੇ ਦੇਵ ਜਾਈ। ਨਾਨਕ ਨਾਮ ਧਿਆਏ ਤੂੰ ਦਰ ਸਚੈ ਸੋਭਾ ਪਾਈ। ਭਾਈ ਦੂਸਰੇ ਕਿਸ ਨੂੰ ਕਹੀਏ? ਕਰਤਾ ਪੁਰਖ ਆਪ ਹੀ ਦਾਨ ਕਰੇ ਤਾਂ ਬੁਝਾ ਦਿੰਦਾ ਹੈ। ਤੂੰ ਨਾਮ ਦਾ ਧਿਆਵਨਾ ਕਰ, ਨਾਮ ਜਪ, ਬਖਸ਼ਿਸ਼ਾਂ ਮੇਰੀ ਵਾਹਿਗੁਰੂ ਨੇ ਕਰਨੀਆਂ ਨੇ। ਸੱਚੇ ਦੇ ਦਰ ਵਿੱਚ ਤੇਰੀ ਸੋਭਾ ਵੀ ਪਾਈ ਜਾਵੇਗੀ, ਹੋਵੇਗੀ। ਜਿਨ੍ਹਾਂ ਨੇ ਸੋਭਾ ਪਾਈ ਤਿਨਾਂ ਨੇ ਵੀ ਭਾਈ ਨਾਮ ਜਪ ਕੇ ਹੀ ਪਾਈ ਹੈ। ਨਾਨਕ ਨਾਮ ਧਿਆਏ ਤੂੰ ਦਰ ਸੱਚੈ ਸੋਭਾ ਪਾਈ। ਜਿਨ੍ਹਾਂ ਨੂੰ ਸੋਭਾ ਮਿਲੀ, ਵਡਿਆਈ ਮਿਲੀ, ਭਗਤੀ ਦੇ ਪ੍ਰਤਾਪ ਨਾਲ ਮਿਲੀ। ਕਿਉਂਕਿ ਨਾਮ ਦੀ ਸੋਭਾ ਹੈ ਇਸ ਯੁੱਗ ਮੈਂ, ਸੋਭਾ ਨਾਮ ਕੀ ਬਿਨ ਨਾਵੈ ਸੋਭਦਾ ਹੋਏ। ਨਾਮ ਦੀ ਸੋਭਾ, ਨਾਮ ਦੀ ਵਡਿਆਈ, ਬਾਬਾ ਜੀ ਨੇ ਇੱਕ ਨਾਮ ਨੂੰ ਜਪਿਆ, ਜਪਾਇਆ ਨਾਮ ਨੂੰ। ਨਾਮ ਦੇ ਭੰਡਾਰੇ ਖੋਲ ਦਿੱਤੇ। ਨਾਨਕ ਸਰ ਭਗਤੀ ਦਾ ਕਰ। ਭਾਈ ਗੁਰੂ ਨਾਨਕ ਦਾ ਕਰ ਹੈ, ਜਿੱਥੋਂ ਨਾਮ ਦੀਆਂ ਬਖਸ਼ਿਸ਼ਾਂ ਦਾਤਾਂ ਮਿਲਦੀਆਂ ਨੇ।
ਆਸਾ ਮਹਲਾ ਤੀਜਾ। ਆਪੈ ਆਪ ਪਛਾਣਿਆ ਸਾਧ ਮੀਠਾ ਭਾਈ। ਹਰ ਰਸ ਚਾਖਿਆ ਮੁਕਤ ਭਏ ਜਿਨਾ ਸਾਚੋ ਭਾਈ। हे ਭਾਈ, ਜਿਨ੍ਹਾਂ ਨੇ ਆਪਣੇ ਆਪ ਵਿੱਚ ਹੀ ਬ੍ਰਹਮ ਨੂੰ ਪਹਿਚਾਣ ਲਿਆ, ਕਿਉਂਕਿ ਆਪਾਂ ਬ੍ਰਹਮ ਹਾਂ, ਉਸ ਬ੍ਰਹਮ ਦੀ ਅੰਸ ਹਾਂ। ਕਹੋ ਕਬੀਰ ਰਾਮ ਕੀ ਅੰਸ ਜਸ ਕਾਗਦ ਪਰ ਮਿਟੇ ਨਾ ਮਾਨਸ। ਉਸ ਰਾਮ ਦੀ ਅੰਸ ਹਾਂ, ਕਿਉਂਕਿ ਸਾਜਣ ਵਾਲਾ ਕੌਣ? ਮੇਰਾ ਵਾਹਿਗੁਰੂ। ਅਵਲ ਅਲਹ ਨੂਰ ਹੀ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ ਜਗਤ ਦੀ ਰਚਨਾ ਹੈ। ਉਹ ਕੈਸਾ ਮਾਲਕ ਚੋਜੀ ਪ੍ਰੀਤਮ ਭਿੰਨ ਭਿੰਨ ਚੋਜ ਕਰਦਾ ਹੈ ਦੇਖਦਾ ਹੈ। ਨਰਲੇਪ ਗਾਇਆ ਸੰਗ ਹੈ। ਪਾਤਸ਼ਾਹ ਫਰਮਾਉਂਦੇ ਨੇ ਆਪੈ ਆਪ ਪਛਾਣਿਆ ਸਾਧ ਮੀਠਾ ਭਾਈ। ਹਰ ਰਸ ਚਾਖਿਆ ਮੁਕਤ ਭਏ ਜਿਨਾ ਸਾਚੋ ਭਾਈ। ਤੇ ਇਹਨਾਂ ਨੂੰ ਮਿੱਠਾ ਸਵਾਦ ਆਇਆ ਜਿਨ੍ਹਾਂ ਦੇ ਸੱਚਾ ਭਾਵਦਾ ਹੈ, ਸੋ ਹਰ ਰਸ ਨੂੰ ਚੱਖ ਕੇ ਮੁਕਤ ਹੋ ਗਏ। ਖਾਰ ਜੀਓ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ। ਗੁਰਮਤੀ ਸਾਰਾਹੀਐ ਵਿਖਿਆ ਮਹੇ ਉਦਾਸੋ। ਹਰ ਜੀਓ ਆਪ ਅਤਿਅੰਤ ਸ਼ੁੱਧ ਹੈ ਮੇਰਾ ਵਾਹਿਗੁਰੂ। ਨਿਰਮਲ ਨਿਰਮਲਾ ਮਲ ਵਖੇਵਾ ਵਰਣ ਤੋਂ ਰਹਿਤ ਹੈ। ਦਾ ਸ਼ੁੱਧ ਮਨ ਵਿੱਚ ਹੀ ਵਾਸਾ ਹੋਵੇਗਾ, ਜਿਵੇਂ ਸੀੜੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਠਹਿਰਦਾ ਹੈ। ਹਿਰਦਾ ਸ਼ੁੱਧ ਹੈ, ਉੱਥੇ ਹੀ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਜੇ ਭਾਂਡਾ ਹੀ ਸ਼ੁੱਧ ਨਹੀਂ, ਵਸਤੂ ਨਹੀਂ ਪਵੇਗੀ। ਪਾਤਸ਼ਾਹ ਫਰਮਾਉਂਦੇ ਨੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਮਤ ਪਾਪਾਂ ਨਾਲ ਮਲੀਨ ਹੋ ਗਈ, ਨਾਮ ਨੂੰ ਜਪਿਆ ਤੇ ਸ਼ੁੱਧ ਹੋ ਜਾਂਦੀ ਹੈ। ਉਹ ਭਾਂਡਾ ਸ਼ੁੱਧ ਕਿਵੇਂ ਹੁੰਦਾ? ਨਾਮ ਦੀ ਜਪਿਆ ਬੰਦਗੀ ਕਰਿਆ। ਪਰ ਮੇਰੇ ਵਾਹਿਗੁਰੂ ਤਰਲੋਕੀ ਦਾ ਮਾਲਕ ਨਿਰਮਲ ਤੇ ਨਿਰਮਲਾ ਅਤਿਅੰਤ ਸ਼ੁੱਧ ਹੈ, ਜਿਸ ਦਾ ਸ਼ੁੱਧ ਮਨ ਵਿੱਚ ਹੀ ਵਾਸਾ ਹੋਵੇਗਾ, ਮਲੀਨ ਮਨ ਵਿੱਚ ਨਹੀਂ। ਜੋ ਹਰੀ ਦੇ ਸੇਵਕ ਹਰੀ ਵਰਗੇ ਕਿਉਂ ਕਹੇ? ਕਿਉਂਕਿ ਉਹਨਾਂ ਦਾ ਹਿਰਦਾ ਸ਼ੁੱਧ ਉਸ ਪਰਮੇਸ਼ਰ ਵਾਹਿਗੁਰੂ ਸਮ ਹੋ ਗਿਆ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਖਾ। ਕੋਈ ਭੇਦ ਰਿਹਾ ਹੀ ਨਹੀਂ। ਜਿਵੇਂ ਭਗਤ ਕਬੀਰ ਜੀ ਮਹਾਰਾਜ ਇਹ ਪਾਵਨ ਬਚਨ ਕਹਿੰਦੇ ਨੇ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ। ਪਾਛੈ ਲਾਗੋ ਖਰ ਫਿਰੈ ਕਹਿਤ ਕਬੀਰ ਕਬੀਰ। ਸ਼ੁੱਧ ਅੰਤਸ਼ਕਰਨ ਵਿੱਚ ਸਾਜਤਕਾਰ ਮੇਰਾ ਵਾਹਿਗੁਰੂ ਹੁੰਦਾ ਹੈ। ਗੁਰੂ ਸਿੱਖਿਆ ਲੈ ਕੇ ਉਹਦੀ ਸੋਭਾ ਕਰੀਏ, ਗੁਣ ਗਾਈਏ ਪਰਮੇਸ਼ਰ ਦੇ। ਜਿਨ੍ਹਾਂ ਨੇ ਸੋਭਾ ਕੀਤੀ ਸੋ ਵਿਖਿਆ ਵਿੱਚ ਰਹਿੰਦੇ ਹੋਏ ਵੀ ਉਦਾਸ ਹੋਏ ਨੇ। ਭਾਵ ਕੁਟੰਬ ਪਰਿਵਾਰ ਨੂੰ ਪਾਲਦੇ ਹੋਏ ਵੀ ਅਸੰਗ ਤੇ ਉਦਾਸ ਨੇ। ਜਿਵੇਂ ਕਮਲ ਦਾ ਫੁੱਲ ਰਹਿੰਦਾ ਤਾਂ ਜਲ ਵਿੱਚ ਹੈ, ਪਰ ਨਿਰਲੇਪ ਤੇ ਅਸੰਗ ਰੱਬ ਦੇ ਜਨ ਗੁਰਮੁਖ ਵੀ ਇੰਝ ਰਹਿੰਦੇ ਨੇ। ਬਿਨ ਸ਼ਬਦ ਆਪ ਨਾ ਜਾਪਈ ਸਭ ਅੰਧੀ ਪਾਈ। ਗੁਰਮਤੀ ਘਟ ਚਾਨਣਾ ਨਾਮ ਅੰਤ ਸਖਾਈ। हे ਭਾਈ, ਬਿਨਾਂ ਗੁਰੂ ਸ਼ਬਦ ਦੇ ਆਪਣਾ ਆਪ ਨਹੀਂ ਜਾਣਦਾ। ਸਾਰੀ ਦੁਨੀਆ ਦੀ ਹੈ ਜੋ ਗੁਰਮਤ ਵਾਲੇ ਨੇ, ਉਹਦੇ ਘਟ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ। ਨਾਮ ਤਿਨਾਂ ਦਾ ਅੰਤ ਵਿੱਚ ਮਿੱਤਰ ਹੁੰਦਾ ਹੈ। ਨਾਮੇ ਹੀ ਨਾਮ ਵਰਤ ਦੇ, ਨਾਮੇ ਵਰਤਾਰਾ। ਅੰਤਰ ਨਾਮ ਮੁਖ ਨਾਮ ਹੈ, ਨਾਮੇ ਸ਼ਬਦ ਵਿਚਾਰਾ। ਸੋ ਗੁਰਮੁਖ ਨਾਮ ਹੀ ਨਾਮ ਵਿੱਚ ਵਰਤਦੇ ਨੇ, ਨਾਮ ਵਿੱਚ ਹੀ ਸ਼ਾਂਦਾਂ ਅਧਿਕਾਰੀਆਂ ਨੂੰ ਦਿੰਦੇ ਨੇ, ਆਪ ਜਪਦੇ ਨੇ, ਜਪਾਉਂਦੇ ਨੇ। ਤੇ ਇਹਨਾਂ ਦੇ ਹਿਰਦੇ ਦੇ ਅੰਦਰ ਵੀ ਨਾਮ, ਬਾਹਰ ਮੁਖ ਵਿੱਚ ਵੀ ਨਾਮ। ਨਾਮ ਜਪ ਕੇ ਸਭਨਾਂ ਵਿੱਚ ਬ੍ਰਹਮ ਨੂੰ ਵਿਚਾਰਿਆ ਹੈ ਗੁਰਮੁਖਾਂ ਨੇ। ਨਾਮ ਸੁਣੀਐ ਮਨ ਮੰਨੀਐ, ਨਾਮੇ ਵਡਿਆਈ।
ਨਾਮ ਸਲਾਹੇ ਸਦਾ ਸਦਾ, ਨਾਮੇ ਮਹਿਲ ਪਾਈ। ਨਾਮ ਨੂੰ ਸੁਣਦੇ ਨੇ ਰੱਬ ਦੇ ਪਿਆਰੇ, ਨਾਮ ਦਾ ਮਨਨ ਕਰਦੇ ਨੇ, ਨਾਮ ਕਰਕੇ ਵਡਿਆਈਆਂ ਮਿਲਦੀਆਂ ਨੇ ਉਹਨਾਂ ਨੂੰ। ਨਾਮ ਹੀ ਦਾ ਸਦਾ ਸਦਾ ਸਲਾਹੁਣਾ ਕਰਦੇ ਨੇ, ਨਾਮ ਕਰਕੇ ਹੀ ਉਹ ਸਰੂਪ ਪ੍ਰਭੂ ਨੂੰ ਪਾ ਲੈਂਦੇ ਨੇ। ਨਾਮੇ ਹੀ ਘਟ ਚਾਨਣਾ, ਨਾਮੇ ਸੋਭਾ ਪਾਈ। ਨਾਮੇ ਹੀ ਸੁਖ ਉਪਜੈ, ਨਾਮੇ ਸਰਣਾਈ। ਨਾਮ ਕਰਕੇ ਤਿਨਾਂ ਦੇ ਘਟ ਵਿੱਚ ਪ੍ਰਕਾਸ਼ ਚਾਨਣ ਹੋ ਗਿਆ। ਨਾਮ ਕਰਕੇ ਤਿਨਾਂ ਦੀ ਸੋਭਾ ਵਡਿਆਈ ਪਾਈ। ਨਾਮ ਦਾ ਪ੍ਰਤਾਪ ਤਿਨਾਂ ਨੂੰ ਆਤਮਾ ਸੁਖ ਮਿਲਿਆ। ਨਾਮ ਦੀ ਹੀ ਛਣ ਵਿੱਚ ਰਹਿੰਦੇ ਨੇ। ਬਿਨ ਨਾਵੈ ਕੋਇ ਨਾ ਮੰਨੀਐ, ਮਨ ਮੁਖ ਪਤ ਗਵਾਈ। ਜੰਪੁਰ ਬੱਧੇ ਮਾਰੀਐ, ਬਿਰਥਾ ਜਨਮ ਗਵਾਈ। ਜੋ ਮਨਮੁਖ ਬਿਨਾਂ ਨਾਮ ਤੋਂ ਨੇ, ਇਹਨਾਂ ਨੂੰ ਕੋਈ ਵੀ ਨਹੀਂ ਮੰਨਦਾ, ਤੇ ਇਹਨਾਂ ਨੇ ਆਪਣੀ ਪੱਤ ਖੋ ਲਈ ਭਾਈ। ਜੰਪੁਰ ਵਿੱਚ ਬੱਧੇ ਹੋਏ ਮਾਰੇ ਜਾਂਦੇ ਨੇ ਮਨਮੁਖ, ਜਨਮ ਪਦਾਰਥ ਗਵਾਈ ਜਾਂਦੇ ਨੇ। ਨਾਮੈ ਕੀ ਸਭ ਸੇਵਾ ਕਰੈ, ਗੁਰਮੁਖ ਨਾਮ ਬੁਝਾਈ। ਨਾਮੋ ਹੀ ਨਾਮ ਮੰਨੀਐ, ਨਾਮੇ ਵਡਿਆਈ। ਜਿਨ੍ਹਾਂ ਨੂੰ ਨਾਮ ਦੀ ਬੂਝ ਆ ਗਈ, ਤਿੰਨ ਗੁਰਮੁਖਾਂ ਦੀ ਨਾਮ ਕਰਕੇ ਸਭ ਕੋਈ ਸੇਵਾ ਕਰਦਾ ਹੈ। ਨਾਮ ਕਰਕੇ ਗੁਰਮੁਖਾਂ ਦਾ ਨਾਮ ਮੰਨਿਆ ਜਾਂਦਾ ਹੈ। ਸਭ ਵਡਿਆਈ ਨਾਮ ਦੇ ਵਿੱਚ ਹੈ, ਕਿਉਂਕਿ ਜਿਨ੍ਹਾਂ ਨੇ ਜਪਿਆ ਨਾਮ ਨੂੰ, ਉਹਨਾਂ ਦੀਆਂ ਵਡਿਆਈਆਂ ਜਗਤ ਸੰਸਾਰ ਵਿੱਚ ਹੁੰਦੀਆਂ ਨੇ। ਜਿਸ ਨਾਮ ਦੇਵੈ ਤਿਸ ਮਿਲੈ, ਗੁਰਮਤਿ ਨਾਮ ਬੁਝਾਈ। ਨਾਨਕ ਸਭ ਕਿਛ ਨਾਵੈ ਕੈ ਵਸ ਹੈ, ਪੂਰੇ ਭਾਗ ਕੋ ਪਾਈ। ਜਿਨ ਗੁਰਮਤੀਆਂ ਨੂੰ ਨਾਮ ਦੀ ਬੂਝ ਆ ਗਈ ਕਿ ਨਾਮ ਕੀ ਹੈ ਪਰਮੇਸ਼ਰ ਦਾ। ਨਾਮ ਦੇ ਵਿੱਚ ਸਤ ਸੰਗੀ ਜਨੋ ਸਭ ਕੁਝ ਹੈ। ਇੱਕ ਨਾਮ ਨੂੰ ਜਪਿਆ ਜੋ ਮੰਗਾਂਗੇ ਉਹ ਮਿਲੇਗਾ। ਇਹ ਗੁਰੂ ਨਾਨਕ ਦਾ ਘਰ ਕੈਸਾ ਜੋ ਜਪਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਜੋ ਮੰਗੈ ਠਾਕੁਰੀ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾਂ ਊਹਾਂ ਸੱਚ ਹੋਵੇ। ਜੋ ਵੀ ਮੰਗ ਲਵਾਂਗੇ ਉਹ ਮਿਲੇਗਾ। ਇੱਕ ਨਾਮ ਨੂੰ ਜਪ ਲੈ। ਸੋਢੀ ਸੁਲਤਾਨ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਨੇ ਕਿ ਗੁਰੂ ਨਾਨਕ ਦਾ ਘਰ ਕੈਸਾ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਘਰ। ਜਾ ਕੈ ਵਸ ਹੈ ਕਾਮ ਤੇ ਨਾ, ਸੋ ਐਸਾ ਘਰ ਧਿਆਈਐ ਮੇਰੀ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੀ ਮਨਾ। ਇੱਕ ਨਾਮ ਨੂੰ ਜਪ ਸਾਰੇ ਸੁਖ ਸਾਰੀਆਂ ਇੱਛਾ ਪੂਰੀਆਂ। ਕੈਸਾ ਨਾਮ ਹੈ ਮੇਰੇ ਵਾਹਿਗੁਰੂ ਦਾ। ਰਾਜੇ ਜਨਕ ਨੇ ਇੱਕ ਨਾਮ ਨੂੰ ਹੀ ਜਪਿਆ, ਸਾਰੇ ਨਰਕ ਖਾਲੀ ਹੋ ਗਏ। ਗਹਿਣੇ ਧਰੇ ਉਹਨੇ ਇੱਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਇੱਕ ਨਾਮ ਹੀ ਇੱਕ ਤੱਕੜ ਪਾਸੇ ਰੱਖਿਆ, ਇੱਕ ਤੱਕੜ ਸਾਰੇ ਨਰਕ ਦੇ ਦੀਪ। ਪਾਸੰਗ ਪਾਪ ਨਾ ਪੁੱਜਨੀ, ਗੁਰਮੁਖ ਨਾਉ ਅਤੁੱਲ ਨਾ ਤੁਲਾਸੀ। ਤੱਕੜ ਦਾ ਪਾਸਕੂ ਵੀ ਨਹੀਂ ਹੋਇਆ, ਸਾਰੇ ਨਰਕ ਖਾਲੀ ਹੋ ਗਏ। ਧਨ ਧਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ। ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਕੈਸਾ ਨਾਮ ਹੈ ਉਸ ਪਰਮੇਸ਼ਰ ਪਰਵਦਗਾਰ ਦਾ। ਮੇ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਇੱਕ ਨਾਮ ਨੂੰ ਜਪਿਆ। ਸਵਾਸ ਗਰਾਸ ਜਪਿਆ ਨਾਮ ਨੂੰ, ਉਹ ਨਾਮੀ ਦੇ ਵਿੱਚ ਇੱਕ ਹੋ ਗਏ। ਜਿਸ ਨੂੰ ਦੇਵੈ ਤਿਸ ਮਿਲੈ, ਗੁਰਮਤਿ ਨਾਮ ਬੁਝਾਈ। ਨਾਨਕ ਸਭ ਕਿਛ ਨਾਵੈ ਕੈ ਵਸ ਹੈ, ਪੂਰੇ ਭਾਗ ਕੋ ਪਾਈ। ਜਿਨ ਗੁਰਮਤੀਆਂ ਨੂੰ ਨਾਮ ਦੀ ਬੂਝ ਆ ਗਈ ਕਿ ਮੇਰੇ ਪਰਮੇਸ਼ਰ ਦਾ ਨਾਮ ਐਸਾ ਹੈ, ਉਹ ਜਿਸ ਨੂੰ ਨਾਮ ਦਿੰਦੇ ਨੇ ਤਿਸ ਨੂੰ ਮਿਲਦਾ ਹੈ। ਸਭ ਕੁਝ ਨਾਮ ਦੇ ਹੀ ਵਸ ਵਿੱਚ ਹੈ ਭਾਈ। ਕੋਈ ਪੂਰੇ ਭਾਗਾਂ ਵਾਲਾ, ਪਦਬਲ ਪੁੰਦਾ ਵਾਲਾ ਪਰਮੇਸ਼ਰ ਦੇ ਨਾਮ ਨੂੰ ਪਾਉਂਦਾ ਹੈ, ਜਪਦਾ ਹੈ। ਆਸਾ ਮਹਲਾ ਤੀਜਾ,
दोहागणी महल ना पाएनी, ना जानन पिर का सुआओ। फिका बोले नानव दूजा भाओ सुआओ। दोहागणी मन मुख प्यारे दा महल नहीं पाउंदी, ना प्यारे दा आनंद जानदी है दोहागणी मन मुख इस्तरी। फिके बचन बोलदी है, नानक फिकै बोले है, तन मन फिका होए। प्यारे ਦੇ ਅੱਗੇ ਨਿਉਂਦੀਆਂ ਨਹੀਂ, ਉਹਨਾਂ ਨੂੰ ਦੂਜੇ ਭਾਵ ਵਿੱਚ ਸਵਾਦ ਲੱਗਦਾ ਹੈ। ਇਹੋ ਮਨੁਆ ਕਿਉਂ ਕਰ ਵਸ ਆਵੈ, ਗੁਰ ਪ੍ਰਸਾਦੀ ਠਾਕੀਐ, ਗਿਆਨਮਤੀ ਘਰ ਆਵੈ। ਇਹ ਮਨ ਕਿਸ ਪ੍ਰਕਾਰ ਵਸ ਵਿੱਚ ਆਵੇ? ਪਾਤਸ਼ਾਹ ਫਰਮਾਉਂਦੇ ਨੇ ਪਿਆਰਿਓ, ਗੁਰੂ ਦੀ ਕਿਰਪਾ ਤੇ ਮਨ ਨੂੰ ਸਥਿਤ ਕਰੀਏ, ਤਬ ਗਿਆਨ ਮਤ ਕਰਕੇ ਸੂਬ ਘਰ ਵਿੱਚ ਆ ਜਾਂਦਾ ਹੈ। ਸੁਹਾਗਣੀ ਆਪ ਸਵਾਰਿਓ ਨ ਲਾਏ ਪ੍ਰੇਮ ਪਿਆਰ, ਸਤਿਗੁਰ ਕੈ ਭਾਣੈ ਚਲਦੀਆਂ ਨਾਮੇ ਸਹਿਜ ਸਿੰਗਾਰ। ਪਿਆਰੇ ਨੇ ਆਪਣੇ ਪ੍ਰੇਮ ਦੇ ਪਿਆਰ ਵਿੱਚ ਲਾ ਕੇ ਸੁਹਾਗਣੀਆਂ ਨੂੰ ਸਵਾਰਿਆ, ਗੁਰਮੁਖ ਸੰਤ ਜਨਾਂ ਨੂੰ। ਸਤਿਗੁਰੂ ਦੀ ਆਗਿਆ ਵਿੱਚ ਚੱਲਦੀਆਂ ਨੇ, ਪਿਆਰੇ ਦੇ ਨਾਮ ਸਿਮਰਨ ਕਰਕੇ ਉਹਨਾਂ ਦਾ ਸਹਿਜੇ ਹੀ ਸ਼ਿੰਗਾਰ ਹੋਇਆ। ਸਦਾ ਰਾਵੇ ਪਿਰ ਆਪਣਾ ਸੱਚੀ ਸੇਜ ਸੁਭਾਏ, ਪਿਰ ਕੈ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਏ। ਸਦੀਵ ਕਾਲ ਆਪਣਾ ਪਿਆਰਾ ਰਮਣ ਕਰਦੀਆਂ ਨੇ, ਸ਼ਰਧਾ ਰੂਪ ਸੱਚੀ ਸੇਜਾ ਪਰ ਸੁਭਾਈਮਾਨ ਹੁੰਦੀਆਂ ਨੇ, ਪਿਆਰੇ ਦੇ ਪ੍ਰੇਮ ਵਿੱਚ ਮੋਹਤ ਹੋਈਆਂ ਰਹਿੰਦੀਆਂ ਨੇ, ਪ੍ਰੀਤਮ ਨੂੰ ਮਿਲ ਕੇ ਸੁੱਖ ਪਾਉਂਦੀਆਂ ਨੇ। ਗਿਆਨ ਅਪਾਰ ਸਿੰਗਾਰ ਹੈ ਸੋਭਾਵੰਤੀ ਨਾਰ, ਸਾ ਸਬਰਾਈ ਸੁੰਦਰੀ ਪਿਰ ਕੈ ਹੀਤ ਪਿਆਰ। ਤਿਨ ਸੁਹਾਗਣੀ ਸੋਭਾਵੰਤੀ ਨਾਰੋਂ ਦਾ ਅਪਾਰ ਗਿਆਨ ਹੀ ਸ਼ਿੰਗਾਰ ਹੈ ਭਾਈ। ਪਿਆਰੇ ਦੇ ਪ੍ਰੇਮ ਵਿੱਚ ਨੇ, ਪਿਆਰ ਜਿਸ ਦਾ ਸੋ ਇਸਤਰੀ ਸਭ ਵਿੱਚ ਰਾਣੀ ਹੈ, ਰੂਪਵਾਨ ਹੈ। ਸੁਹਾਗਣੀ ਵਿੱਚ ਰੰਗ ਰੱਖਿਓ ਨ ਸੱਚਾ ਅਲਖ ਅਪਾਰ, ਸਤਿਗੁਰ ਸੇਵਨ ਆਪਣਾ ਸੱਚਾ ਭਏ ਪਿਆਰ। ਸੁਹਾਗਣੀਆਂ ਵਿੱਚ ਸੱਚੇ ਅਲਖ ਅਪਾਰ ਪ੍ਰਮਾਤਮਾ ਪਿਆਰੇ ਨੇ ਪ੍ਰੇਮ ਰੱਖਿਆ ਹੈ। ਸੋ ਆਪਣੇ ਸਤਿਗੁਰੂ ਨੂੰ ਸੇਵਨ ਕਰਦੀਆਂ ਨੇ, ਉਹਨਾਂ ਦਾ ਪ੍ਰੇਮ ਸੱਚੇ ਵਾਹਿਗੁਰੂ ਨੂੰ ਭਾ ਗਿਆ ਹੈ। ਸੁਹਾਗਣੀ ਸਿੰਗਾਰ ਬਣਾਇਆ ਗੁਣ ਕਾ ਗਲਹਾਰ, ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ। ਸੁਹਾਗਣੀਆਂ ਨੇ ਪਤੀ ਦੇ ਗੁਣਾਂ ਦਾ ਗਲ ਵਿੱਚ ਹਾਰ ਪਹਿਨ ਲਿਆ, ਇਹੀ ਸ਼ਿੰਗਾਰ ਬਣਾਇਆ, ਸਰੀਰ ਵਿੱਚ ਪ੍ਰੇਮ ਹੀ ਦਾ ਚੰਦਨ ਲਾਵਣਾ ਕੀਤਾ, ਵਿਚਾਰ ਰੂਪ ਰਤਨ ਅੰਤ ਛਕਣ ਵਿੱਚ ਧਾਰਨ ਕੀਤਾ, ਗੁਰੂ ਦਾ ਬਚਨ ਹੈ। ਭਗਤ ਰਤੇ ਸੇ ਊਤਮਾ ਜਤ ਪਤ ਸ਼ਬਦ ਹੋਏ, ਬਿਨ ਨਾਵੈ ਸਭ ਨੀਚ ਜਾਤ ਹੈ, ਦ੍ਰਿਸ਼ਟਾ ਕਾ ਕੀੜਾ ਹੋਏ। ਜੋ ਪੁਰਸ਼ ਭਗਤੀ ਵਿੱਚ ਰਤੇ ਨੇ, ਨਾਮ ਜਪਦੇ ਨੇ ਭਾਈ ਪਿਆਰਿਓ, ਉੱਤਮ ਨੇ, ਵੱਡਿਆਂ ਭਾਗਾਂ ਵਾਲੇ ਨੇ। ਉਹਨਾਂ ਦੀ ਜਾਤੀ ਪ੍ਰਤੀਸ਼ਠਾ ਸਭ ਗੁਰੂ ਸ਼ਬਦ ਕਰਕੇ ਹੀ ਸਫਲ ਹੁੰਦੀ ਹੈ, ਭਾਵੇਂ ਕਿਸੇ ਜਾਤ ਵਿੱਚ ਨਹੀਂ। ਜਾਤ ਪਤ ਵਾਹਿਗੁਰੂ ਪ੍ਰਭੂ, ਪਿਆਰੇ ਦੇ ਨਾਮ ਤੋਂ ਬਿਨਾਂ ਸਭ ਨੀਚ ਜਾਤ ਹੈ, ਭਾਵੇਂ ਕੋਈ ਉੱਤਮ ਜਾਤੀ ਵੀ ਹੋਵੇ। ਸੋ ਨਾਮ, ਜੋ ਨਾਮ ਨਹੀਂ ਜਪਦਾ, ਸੋ ਜੀਵ ਵਿਸ਼ਟਾ ਦਾ ਕੀੜਾ ਬਣਦਾ ਹੈ। ਬਿਨ ਨਾਵੈ ਸਭ ਨੀਚ ਜਾਤ ਹੈ, ਵਿਸ਼ਟਾ ਕਾ ਕੀੜਾ ਹੋਏ। ਖੋ ਕਰਦੀ ਸਭ ਫੇਰੈ, ਬਿਨ ਸ਼ਬਦ ਹੋ ਨਾ ਜਾਏ। ਨਾਨਕ ਨਾਮ ਰਤੇ ਤਿਨ ਹੋਵੈ ਗਈ, ਸਚੈ ਰਹੇ ਸਮਾਏ। ਸਾਰੀ ਸ੍ਰਿਸ਼ਟੀ ਮੈਂ ਕਰਦੀ ਫਿਰਦੀ ਹੈ, ਬਿਨਾਂ ਗੁਰੂ ਸ਼ਬਦ ਦੇ ਹਉਮੈ ਨਹੀਂ ਜਾਂਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾਏ। ਜਿੱਥੇ ਹਉਮੈ ਉੱਥੇ ਨਾਮ ਨਹੀਂ, ਜਿੱਥੇ ਨਾਮ ਉੱਥੇ ਹਉਮੈ ਵੀ ਨਹੀਂ, ਕਿਉਂਕਿ ਗੁਰੂ ਸ਼ਬਦ ਤੋਂ ਬਿਨਾਂ ਹਉਮੈ ਜਾਂਦੀ ਨਹੀਂ। ਜੋ ਨਾਮ ਵਿੱਚ ਰਤੇ ਨੇ, ਪ੍ਰੀਤਵਾਨ ਨੇ, ਸੱਚੇ ਵਿੱਚ ਸਮਾ ਗਏ, ਤਿਨਾਂ ਦੀ ਹਉਮੈ ਚਲੀ ਗਈ।
सतगुरु दे उपदेश ते चलीए, गुर शब्दी गुरमतिए बणीए, नाम नू जपीए संग करिए, सतपुरुषां दा अपना अमोलक जन्म सफल हो जावेगा। हे अच्युत हे पार ब्रह्म